2 ਦਿਨਾਂ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨ ਲੱਗੇ ਆ। ਤੁਹਾਨੂੰ 2 ਦਿਨ ਪਹਿਲਾਂ ਅਸੀਂ ਤਕਲੀਫ ਦਿੱਤੀ, ਪਰ ਕੁਝ ਵਜ੍ਹਾ ਕਰਕੇ ਜਿਹੜੀ ਇਹ ਲਿਸਟ ਜਾਰੀ ਨਹੀਂ ਹੋ ਸਕੀ। ਅੱਜ ਅਸੀਂ 20 ਉਮੀਦਵਾਰ ਸੰਯੁਕਤ ਸਮਾਜ ਮੋਰਚਾ ਤੇ 10 ਉਮੀਦਵਾਰ ਭਾਰਤੀ ਕਿਸਾਨ ਯੂਨੀਅਨ ਝੜੂਨੇ ਉਹ 30 ਉਮੀਦਵਾਰ ਦੀ ਲਿਸਟ ਜਾਰੀ ਕਰ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਝੜੂਨੀ ਨਾਲ ਬੜੇ ਦਿਨਾਂ ਤੋਂ ਚੱਲ ਰਿਹਾ ਸੀ। ਉਹ ਸ਼ੁਰੂ ਕਰਨ ਤੋਂ ਪਹਿਲਾਂ ਵਾਕਫੀਅਤ ਵੀ ਕਰਾਣੀ ਹੈ। ਸਾਡਾ ਬਿਲਕੁਲ ਆਪਸ ਦੇ ਵਿੱਚ ਕੰਪਲੀਟ ਸਮਝੌਤਾ ਹੋ ਗਿਆ। ਇਕੱਠੇ ਰਲ ਕੇ 117 ਸੀਟਾਂ ਦੀ ਚੋਣ ਲੜਾਂਗੇ। ਹੁਣ ਇੰਟਰੋਡਿਊਸ ਕਰ ਦਈਏ। ਮੇਰਾ ਨਾਮ ਪ੍ਰੇਮ ਸਿੰਘ ਭੰਗੂ, ਮੈਂਬਰ ਪਾਰਲੀਮੈਂਟਰੀ ਬੋਰਡ ਸੰਯੁਕਤ ਸਮਾਜ ਮੋਰਚਾ। ਮੇਰੇ ਇੱਧਰਲੇ ਪਾਸੇ ਦੌਲਤ ਰਾਮ ਪੈਂਸੀਆ, ਇਹ ਦੌਲਤ ਰਾਮ ਇਹ ਆਰਥਿਕ ਪਾਰਟੀ ਦੇ ਪ੍ਰਧਾਨ ਨੇ, ਜਨਰਲ ਸੈਕਟਰੀ ਨੇ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਸਕਰੀਨਿੰਗ ਕਮੇਟੀ ਦੇ ਮੈਂਬਰ। ਸਰਦਾਰ ਰਸਪਾਲ ਸਿੰਘ ਜੋੜੇ ਮਾਜਰਾ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਝੜੂਨੀ। ਸਰਦਾਰ ਕਿਰਪਾ ਸਿੰਘ ਸੰਯੁਕਤ ਸਮਾਜ ਮੋਰਚਾ ਦੇ ਆਗੂ। ਅੱਜ ਅਸੀਂ ਜਿਵੇਂ ਦੱਸਿਆ ਕਿ 10 ਸੀਟਾਂ ਦੀ ਅਸੀਂ ਪਹਿਲਾਂ ਲਿਸਟ ਜਾਰੀ ਕੀਤੀ ਹੈ 3-4 ਦਿਨ ਪਹਿਲਾਂ, ਤੇ ਅੱਜ 20 ਹਲਕਿਆਂ ਤੋਂ ਸੰਯੁਕਤ ਸਮਾਜ ਮੋਰਚਾ ਦੀ ਲਿਸਟ ਜਾਰੀ ਕਰਾਂਗੇ ਤੇ 10 ਹਲਕੇ ਉਹ ਦੱਸਾਂਗੇ ਜਿਨ੍ਹਾਂ ਤੇ ਸਾਡਾ ਸਮਝੌਤਾ ਭਾਰਤੀ ਕਿਸਾਨ ਯੂਨੀਅਨ ਝੜੂਨੀ ਨਾਲ ਹੋ ਗਿਆ। ਉਹਨਾਂ ਦੇ ਪ੍ਰਧਾਨ ਸਾਡੇ ਵਿੱਚ ਸ਼ਾਮਲ ਨੇ। ਉਹਨਾਂ 10 ਹਲਕਿਆਂ ਦੇ ਉਮੀਦਵਾਰ ਇਹ ਆਪਣੇ ਆਪ ਦੇਣਗੇ। ਹਲਕੇ ਅਸੀਂ ਦੱਸਾਂਗੇ। ਉਹਨਾਂ ਹਲਕਿਆਂ ਤੇ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਤੇ ਬਾਕੀ ਸਾਰੇ ਹਲਕਿਆਂ ਤੇ ਇਹ ਸੰਯੁਕਤ ਸਮਾਜ ਮੋਰਚਾ ਦੀ ਸਪੋਰਟ ਕਰਨਗੇ। ਜਿੱਥੇ ਕਿਤੇ ਇਹਨਾਂ ਨੇ ਪਹਿਲਾਂ ਕੋਈ ਡਿਕਲੇਅਰ ਕੀਤੇ ਨੇ ਉਮੀਦਵਾਰ, ਉਹ ਉੱਥੋਂ ਉਮੀਦਵਾਰ ਵਾਪਸ ਲੈਣਗੇ। ਇਹ 10 ਹਲਕੇ ਨੂੰ ਦੇ ਦਿੱਤੇ ਗਏ ਆ, ਇਸ ਲਈ ਉੱਥੇ ਆਪਣੇ ਉਮੀਦਵਾਰ ਆਪਣੇ ਆਪ ਅਨਾਉਂਸ ਕਰਨਗੇ। ਹੁਣ ਮੈਂ ਜਿਹੜੇ 20 ਹਲਕੇ ਨੇ ਇਹਦੇ ਨਾਲ ਇੱਕ ਗੱਲ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ ਕਿ ਸਾਨੂੰ ਬੜੀ ਖੁਸ਼ੀ ਹੈ। ਇਲੈਕਸ਼ਨ ਕਮਿਸ਼ਨ ਨੇ ਸਾਰੀ ਪਾਰਟੀਆਂ ਵੱਲੋਂ ਭੇਜੀ ਹੋਈ ਰਿਕੁਐਸਟ ਉਹਨਾਂ ਨੂੰ, ਪੰਜਾਬ ਦੇ ਵਿਸ਼ੇਸ਼ ਹਾਲਾਤ, ਇੱਕ ਤਾਂ ਕੋਵਿਡ ਸਾਰੇ ਦੇਸ਼ ਦੇ ਵਿੱਚ ਹੀ ਹੈ ਜਿਸ ਤਰ੍ਹਾਂ ਫੈਲ ਰਿਹਾ ਲਗਾਤਾਰ। ਨੰਬਰ 2, 14 ਤਾਰੀਖ ਨੂੰ ਕਿਉਂਕਿ ਭਗਤ ਰਵਿਦਾਸ ਦਾ ਜਨਮ ਦਿਨ ਹੈ, ਬਹੁਤ ਵੱਡੀ ਸੰਗਤ ਨੇ, ਬਹੁਤ ਵੱਡੇ ਲੋਕਾਂ ਨੇ ਉਸ ਨੂੰ ਮਨਾਉਣਾ ਹੈ। ਵਾਰਾਣਸੀ ਕੋਲ ਉਹਨਾਂ ਦਾ ਹੈ, ਉੱਥੇ ਜਾਣਾ, ਉੱਥੋਂ ਆਉਣਾ। ਇਹ ਸਾਰੀ ਪਾਰਟੀਆਂ ਦੀ ਪੁਰਜ਼ੋਰ ਮੰਗ ਸੀ ਕਿ ਉਸ ਦਿਹਾੜੇ ਨੂੰ, ਜਿਸ ਨੂੰ ਬਹੁਤ ਸ਼ਰਧਾ ਸਤਿਕਾਰ ਨਾਲ ਸਾਰੇ ਪੰਜਾਬ ਮਨਾਉਂਦਾ, ਉਸ ਨੂੰ ਖਾਸ ਕਰਕੇ ਸਾਡਾ ਜਿਹੜਾ ਦਲਿਤ ਭਾਈਚਾਰਾ ਹੈ, ਇਸ ਲਈ ਉਹਨੂੰ ਧਿਆਨ 'ਚ ਰੱਖਦੇ ਹੋਏ 14 ਤਰੀਕ ਜਿਹੜੀ ਵੋਟਿੰਗ ਹੈ ਉਹ ਸੰਭਵ ਨਹੀਂ ਹੋ ਸਕਦੀ। ਸਾਰੀਆਂ ਪਾਰਟੀਆਂ ਨੇ ਸਮੇਤ ਭਾਰਤੀ ਜਨਤਾ ਪਾਰਟੀ ਮੰਗ ਕੀਤੀ ਸੀ। ਤੁਹਾਡੀ ਜਾਣਕਾਰੀ ਲਈ ਕੱਲ੍ਹ ਸੰਯੁਕਤ ਸਮਾਜ ਮੋਰਚਾ ਨੇ ਇੱਥੇ ਸਪੈਸ਼ਲ ਮੀਟਿੰਗ ਕਰਕੇ ਸਰਦਾਰ ਬਲਵੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ 'ਚ ਅਸੀਂ ਉਦੋਂ ਹੀ ਇਲੈਕਸ਼ਨ ਕਮਿਸ਼ਨ ਨੂੰ ਈਮੇਲ ਭੇਜੀ ਸੀ ਔਰ ਫੈਕਸ ਭੇਜਿਆ ਸੀ ਕਿ ਇਲੈਕਸ਼ਨ ਨੂੰ ਘੱਟੋ ਘੱਟ 2 ਹਫ਼ਤੇ ਪੋਸਟਪੋਨ ਕੀਤਾ ਜਾਏ। ਅਸੀਂ ਧੰਨਵਾਦੀ ਹਾਂ ਇਲੈਕਸ਼ਨ ਕਮਿਸ਼ਨ ਦੇ, ਜਿਨ੍ਹਾਂ ਨੇ 14 ਦੀ ਬਜਾਏ 20 ਤਰੀਕ ਇਲੈਕਸ਼ਨ ਡੇਟ ਰੱਖੀ ਹੈ। ਇਸ ਨੂੰ 6 ਦਿਨ ਲਈ ਪੋਸਟਪੋਨ ਕੀਤਾ। ਹੁਣ ਮੈਂ ਤੁਹਾਨੂੰ ਜਿਹੜੇ ਹਲਕਾ ਵਾਈਜ਼ ਉਹ ਲਿਸਟ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ। ਅਸੀਂ ਸਭ ਤੋਂ ਪਹਿਲਾਂ ਫਿਰੋਜ਼ਪੁਰ ਸ਼ਹਿਰੀ ਤੋਂ ਸਰਦਾਰ ਲਖਵਿੰਦਰ ਸਿੰਘ, ਫਿਰੋਜ਼ਪੁਰ ਸ਼ਹਿਰੀ। ਨਵਾਂ ਸ਼ਹਿਰ ਕੁਲਦੀਪ ਸਿੰਘ ਵਜੀਦਪੁਰ। बोली जाइए जी, कोई दिक्कत तो नहीं। अगे लिखो जी बटाला बलविंदर सिंह राजू। लुधियाना पश्चिमी तरुण जैन बावा। लुधियाना पश्चिमी, लुधियाना इस तरह ही आत्मनगर, ये ना जी हरकीरत सिंह राणा। आत्मनगर कौन जी? हरकीरत सिंह राणा।
ਗਿੱਦੜਬਾਹਾ ਗੁਰਪ੍ਰੀਤ ਸਿੰਘ ਕੋਟਲੀ। ਇਹ ਨੌਜਵਾਨ ਹੈ ਜਿਨੇ ਟਿੱਕਰੀ ਬਾਰਡਰ ਤੇ ਬੜੀ ਸੇਵਾ ਕੀਤੀ ਹੈ, ਥਰੂ ਆਊਟ ਰਿਹਾ। ਇਸ ਦੀ 33 ਸਾਲ ਉਮਰ ਹੈ। ਇਹ ਮੁੰਡਾ MSc ਫਿਜ਼ਿਕਸ ਹੈ ਤੇ ਨਾਲ ਜਰਨਲਿਸਟ ਹੈ। 33 ਸਾਲ ਉਮਰ ਹੈ ਉਸਦੀ। ਮਲੋਟ ਤੋਂ ਅਸੀਂ ਜਿਹੜਾ ਕਿ ਰਿਜ਼ਰਵ ਹਲਕਾ ਮਲੋਟ ਤੋਂ ਮੇਰੇ ਖਿਆਲ ਮਲੋਟ ਰਿਜ਼ਰਵ ਹੈ, ਇੱਥੋਂ ਸੁਖਵਿੰਦਰ ਕੁਮਾਰ। ਇਹ ਬਿਲਕੁਲ ਨੌਜਵਾਨ 27 ਈਅਰਸ 27 ਸਾਲ ਦਾ। ਹੀ ਇਜ਼ PhD ਇਨ ਪੋਲੀਟੀਕਲ ਸਾਇੰਸ। PhD ਇਨ ਪੋਲੀਟੀਕਲ ਸਾਇੰਸ। ਸਾਡੀ ਚੋਣ ਦੇਖਣਾ ਤੁਸੀਂ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਅਸੀਂ ਬਿਲਕੁਲ ਯੰਗ ਗਰਲ ਜਿਨ੍ਹਾਂ ਇੰਨੀ ਸੇਵਾ ਕੀਤੀ ਹੈ ਕਿ 26 ਜਨਵਰੀ ਦੀ ਘਟਨਾਵਾਂ ਤੋਂ ਬਾਅਦ ਜਦ ਇੰਨੇ ਕਿਸਾਨਾਂ ਦੇ ਕੇਸ ਬਣੇ ਔਰ ਪੁਲਿਸ ਦੇ ਟੈਰਰ ਕਰਕੇ ਬਹੁਤ ਨੌਜਵਾਨ ਮਿਸ ਹੋ ਗਏ ਸੀ, ਲੱਭਦੇ ਨਹੀਂ ਸੀ। ਇਸ ਲੜਕੀ ਨੇ ਬੜੀ ਮਿਹਨਤ ਕੀਤੀ, ਸਾਰੇ ਮਿਸਿੰਗ ਪਰਸਨ ਨੂੰ ਲੱਭਣ ਦੇ ਲਈ ਬੜਾ ਹਾਰਡ ਵਰਕ ਕੀਤਾ ਇਹਨੇ ਉੱਥੇ। ਇਹ ਉਹ ਲੜਕੀ ਹੈ ਅਨੁਰੂਪ ਕੌਰ। ਇਸ ਦੀ ਉਮਰ ਹੈ 28 ਈਅਰਸ। ਸ਼ੀ ਇਜ਼ MA MPhil ਇੰਗਲਿਸ਼। MA MPhil ਇੰਗਲਿਸ਼। ਇਸੇ ਤਰ੍ਹਾਂ ਅਸੀਂ ਪਾਇਲ ਤੋਂ, ਇਹ ਰਿਜ਼ਰਵ ਹੈ, ਸਿਮਰਦੀਪ ਸਿੰਘ। ਇਹ ਵੀ ਬਹੁਤ ਯੰਗ ਬॉय ਹੈ, 31 ਈਅਰਸ, ਮਕੈਨੀਕਲ ਇੰਜੀਨੀਅਰ ਹੈ। ਠੀਕ ਹੈ ਜੀ। ਅੱਗੇ ਆ ਜੀ ਹਲਕਾ ਸਨੌਰ ਪਟਿਆਲੇ 'ਚ ਪੈਂਦਾ ਹੈ। ਸਾਡੇ ਆਗੂ ਬੂਟਾ ਸਿੰਘ ਸ਼ਾਦੀਪੁਰ ਸਨੌਰ ਤੋਂ। ਅੱਗੇ ਭੁੱਚੋ ਬਾਬਾ ਚਮਕੌਰ ਸਿੰਘ ਭੁੱਚੋ ਬਾਬਾ ਚਮਕੌਰ ਸਿੰਘ। ਧੂਰੀ ਸਰਬਜੀਤ ਸਿੰਘ ਅਲਾਲ। ਸਰਬਜੀਤ ਸਿੰਘ ਅਲਾਲ। ਫਿਰ ਜੀ ਰਿਜ਼ਰਵ ਹਲਕਾ ਹੈ ਫਿਰੋਜ਼ਪੁਰ ਦਿਹਾਤੀ। ਉੱਥੋਂ ਅਸੀਂ ਮੈਦਾਨ ਦੇ ਵਿੱਚ ਤਾਰੇ ਹੈ ਮੌੜਾ ਸਿੰਘ ਅਣਜਾਣ। ਮੌੜਾ ਸਿੰਘ ਅਣਜਾਣ 34 ਈਅਰਸ, BA B.Ed। ਹੈਂਡੀਕੈਪ ਵੀ ਨੇ ਨਾਲ ਇਹਨਾਂ ਦੀ। ਇਹ ਹੈ ਉਹਨਾਂ ਦੀ ਕੁਰਬਾਨੀ ਦੇਖੋ ਕਰਕੇ। ਉਹ ਹੈਂਡੀਕੈਪ ਵੀ ਨੇ, ਪੜ੍ਹਾਈ ਵਿੱਚ ਹੀ ਕੀਤੀ, ਮੋਰਚੇ 'ਚ ਸੇਵਾ ਵੀ ਕੀਤੀ ਉਹਨਾਂ ਨੇ। ਫਿਰ ਰਾਜਾ ਸੰਸੀ ਤੋਂ ਡਾਕਟਰ ਸਤਨਾਮ ਸਿੰਘ ਅਜਨਾਲਾ। ਡਾਕਟਰ ਸਤਨਾਮ ਸਿੰਘ ਅਜਨਾਲਾ ਇਹ ਖੇਤੀਬਾੜੀ ਮਾਹਰ ਨੇ ਔਰ BSc ਐਗਰੀਕਲਚਰ ਨੇ। ਸੁਨਾਮ ਤੋਂ ਸੋਸ਼ਲ ਐਕਟਿਵਿਸਟ। ਜਲਾਲਾਬਾਦ। ਹਾਂ ਸੌਰੀ ਜਲਾਲਾਬਾਦ। ਜਲਾਲਾਬਾਦ ਸੁਰਿੰਦਰ ਸਿੰਘ ਢੱਡੀਆਂ। ਸੁਰਿੰਦਰ ਸਿੰਘ ਢੱਡੀਆਂ। ਅੱਗੇ ਆਓ ਜੀ ਸੁਨਾਮ ਡਾਕਟਰ ਅਮਰਜੀਤ ਸਿੰਘ ਮਾਨ। ਇਹ ਸੋਸ਼ਲ ਐਕਟਿਵਿਸਟ ਹੈ, ਨੋਨ ਪਰਸਨੈਲਿਟੀ ਹੈ ਇੱਥੇ। ਭਦੌੜ ਰਿਜ਼ਰਵ ਹੈ। ਮਜ਼ਦੂਰਾਂ ਦੇ ਆਗੂ ਨੋਨ ਹੈ, ਤੁਸੀਂ ਜਾਣਦੇ ਹੋ ਸਾਰੇ। ਭਗਵੰਤ ਸਿੰਘ ਸਮਾਓ। ਭਦੌੜ ਰਿਜ਼ਰਵ। ਕੌਣ ਹੈ ਜੀ? ਭਗਵੰਤ ਸਿੰਘ ਸਮਾਓ। ਭਗਵੰਤ ਸਿੰਘ ਸਮਾਓ ਭਦੌੜ। ਬਰਨਾਲਾ ਅਭੀਕਰਨ ਸਿੰਘ। ਬਰਨਾਲਾ ਅਭੀਕਰਨ ਸਿੰਘ 35 ਈਅਰਸ, B.Tech। है जी मानसा तो गुरनाम सिंह भिक्खी। मानसा गुरनाम सिंह भिक्खी। दैन सरदूलगढ़ छोटा सिंह मियाँ। मियाँ ये असी 20 हल्के जिन्हों दे विच रिजर्व हल्के ने, जनरल ने और एक यंग लेडी है जी एक्टिविस्ट है। अज असी ये 20 की की है और 10 हल्के साडा क्योंकि कर देने 10 हल्के असी जिहड़ा भारतीय किसान यूनियन झुड़ूनी नूं तां कि पंजाब दे अंदर एक जिहड़ी बिल्कुल यूनाइटेड जिहड़ी किसान
ਲਹਿਰ ਔਰ ਕਿਸਾਨ ਮੁਹਿੰਮ ਚੱਲੇ, ਲੋਕਾਂ 'ਚ ਬਹੁਤ ਵੱਡਾ ਆਭਾਰ ਹੈ। ਤੁਹਾਡੀ ਜਾਣਕਾਰੀ ਲਈ ਅੱਗੇ ਇਹ ਹੈ, ਮੈਂ ਹੁਣ ਸਮਾਂ ਨਹੀਂ ਲੈਣਾ, ਮੇਰੇ ਸਾਥੀ ਗੱਲ ਕਹਿਣਗੇ ਕਿ ਸਾਡੇ ਕੋਲ ਡਿਲੇ ਹੋਣ ਦਾ ਕਾਰਨ ਇਹ ਹੈ ਵੀ ਐਪਲੀਕੇਸ਼ਨ ਇੰਨੀਆਂ ਜ਼ਿਆਦਾ ਹੈ। 3000 ਤੋਂ ਵਧੇਰੇ ਐਪਲੀਕੇਸ਼ਨਸ ਨੇ ਆਈਆਂ ਹੋਈਆਂ, ਔਰ ਅਸੀਂ ਕਿਸੇ ਨਾਲ ਡਿਲੇਸ ਕਰਕੇ ਕਰ ਰਹੇ ਹਾਂ ਵੀ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ। ਕੋਈ ਕਹੇ ਕਿ ਮੈਰਿਟ ਤੇ ਮੇਰੀ ਐਪਲੀਕੇਸ਼ਨ ਦੇਖੀ ਨਹੀਂ ਔਰ ਇਸ ਤਰ੍ਹਾਂ ਡਿਸਾਈਡ ਕਰ ਦਿੱਤਾ ਗਿਆ। ਇਸ ਲਈ ਵਿਦਆਊਟ ਮੈਰਿਟ ਅਸੀਂ ਕਿਸੇ ਦਾ ਕੋਈ ਡਿਸਾਈਡ ਨਹੀਂ ਕਰਨਾ, ਕਿਸੇ ਜਥੇਬੰਦੀ ਦੀ ਕੋਈ ਸਿਫਾਰਿਸ਼ ਨਹੀਂ, ਕਿਸੇ ਹੋਰ ਬੰਦੇ ਦੀ ਕੋਈ ਸਿਫਾਰਿਸ਼ ਨਹੀਂ ਜਿਹੜਾ ਕਿ ਦੂਜੀ ਪਾਰਟੀਆਂ ਚੱਲਦਾ। ਇਹ ਨਰੋਲ ਸਿਲੈਕਸ਼ਨ, ਇਹਨਾਂ ਦੇ ਵਿੱਚ ਜਿਹੜੇ ਨਾਮ ਮੈਂ ਤੁਹਾਨੂੰ ਭੇਜੇ ਹੈ ਉਹ ਨਾ ਕਿਸੇ ਜਥੇਬੰਦੀ ਨਾਲ ਸੰਬੰਧਿਤ ਨਹੀਂ, ਕਿਸੇ ਦੀ ਕੋਈ ਸਿਫਾਰਿਸ਼ ਨਹੀਂ। ਅਸੀਂ ਫੈਲਾਂ ਤੋਂ ਔਨ ਮੈਰਿਟ ਆਪ ਸਿਲੈਕਟ ਕੀਤੇ ਵੀ ਡਿਜ਼ਰਵਿੰਗ ਹੈ। ਸਾਡਾ ਕ੍ਰਾਈਟੇਰੀਆ ਜੋ ਤੁਹਾਨੂੰ ਪਹਿਲਾਂ ਦੱਸਿਆ ਸੀ, ਇਹੀ ਕ੍ਰਾਈਟੇਰੀਆ ਅੱਗੇ ਮੇਨਟੇਨ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ ਇੱਕ ਦਿਨ ਛੱਡ ਕੇ ਪਰਸੋਂ ਫਿਰ ਇੱਕ ਲਿਸਟ ਜਾਰੀ ਕਰਾਂਗੇ ਤਿਆਰੀ ਕਰਕੇ। ਸੋ ਇਹ ਅੱਜ ਤੁਹਾਡੇ ਸਾਹਮਣੇ ਹੈ। ਬਾਕੀ ਮੇਰੇ ਸਾਥੀ ਸਿੰਘ ਨੇ ਕਰਨਗੇ। ਅੱਛਾ ਲਾਸਟ ਅਸੀਂ ਹਾਂਜੀ ਹਾਂਜੀ ਬਟ ਅਬਾਊਟ ਇਲੈਕਸ਼ਨ ਸਿੰਬਲ that I will tell you, we have applied for that. Our morcha has been registered, but we are waiting for the symbol. It can take some time, but definitely we are 100% definite, or this is certain that symbol will be allotted. You will come to know. हल्के में दसते जी, हल्के में बोले जी, लिख लो। नहीं हल्के बोले जी, हल्के देखो जी, समाणा, ਅਜਨਾਲਾ, ਨਾਭਾ, ਫਤਿਹਗੜ੍ਹ ਸਾਹਿਬ, ਸੰਗਰੂਰ, ਦਾਖਾ, ਦਿੜਬਾ, ਭੁਲੱਥ, ਗੁਰਦਾਸਪੁਰ ਤੇ ਸ਼ਾਹਕੋਟ, ਇਹ 10 ਹਲਕੇ ਦਿੱਤੇ ਨੇ ਤੇ ਸਾਨੂੰ ਅਸੀਂ 10 ਹਲਕਿਆਂ ਤੇ ਇਹਨਾਂ ਦੀ ਡਟ ਕੇ ਹਮਾਇਤ ਕਰਾਂਗੇ। ਬਾਕੀ ਹਲਕੇ ਨੇ ਸਾਡੀ ਡਟ ਕੇ ਹਮਾਇਤ ਕਰਨਗੇ। ਜਿੱਥੇ ਉਮੀਦਵਾਰ ਨੇ ਪਹਿਲਾਂ ਡਿਕਲੇਅਰ ਕੀਤੇ ਨੇ ਉਹ ਇਹ ਸਾਰੇ ਵਾਪਸ ਲੈਣਗੇ। ਬਾਕੀ ਅਗਲੀ ਗੱਲ ਹੈ ਜਿਹੜੀ ਰਛਪਾਲ ਸਿੰਘ ਨੇ ਆਪਣੇ ਆਪ ਕਹਿਣਗੇ ਪਹਿਲਾਂ। ਹਾਂ ਕਰ ਲਿਓ। ਅਸੀਂ ਜਿਹੜੇ 20 ਕੈਂਡੀਡੇਟ ਹੈ ਸੰਯੁਕਤ ਸਮਾਜ ਮੋਰਚਾ ਨੇ ਐਲਾਨ ਕੀਤੇ ਨੇ। 10 ਸੀਟਾਂ ਜਿਹੜੀਆਂ ਬੀਕੇ ਝੜੂਨੀ ਨੂੰ ਦਿੱਤੀਆਂ, ਇਹ ਉਮੀਦਵਾਰ ਲੜਨਗੇ। 30 ਸੀਟਾਂ ਦੇ ਉਮੀਦਵਾਰ ਆ ਚੁੱਕੇ ਅੱਜ ਤੁਹਾਡੇ ਸਾਹਮਣੇ ਹੈ। 10 ਤੇ ਪਹਿਲਾਂ ਆ ਚੁੱਕੇ ਨੇ। ਡੇ ਆਫਟਰ ਜੀ, ਡੇ ਆਫਟਰ ਟਮਾਰ। ਹਾਂਜੀ ਨਾਲ ਕਰ ਦਾਂਗੇ। ਹਾਂਜੀ ਕਰ ਤੇ ਬਾਕੀ ਇੱਕ ਇਹਨਾਂ ਦੀ ਗੱਲ ਸੁਣੋ। ਸਾਡਾ ਇਹ ਪੈਚਅਪ ਹੋ ਗਿਆ, ਸਾਡਾ ਅਲਾਈਅੰਸ ਹੋ ਗਿਆ, ਅਸੀਂ ਇਕੱਠੇ ਲੜ ਰਹੇ ਹਾਂ। ਸਾਡੀ ਜਿਹੜੀ ਬੀਕੇਯੂ ਚਰੂਨੀ ਹੈ ਉਹਦੇ ਵੱਲੋਂ ਜਿਹੜੀ ਪਾਰਟੀ ਹੈ ਸੰਯੁਕਤ ਸੰਘਰਸ਼ ਪਾਰਟੀ ਹੈ, ਜਿਹਦੇ ਵੱਲੋਂ ਇਹ ਕੈਂਡੀਡੇਟ ਖੜੇ ਕੀਤੇ ਜਾ ਰਹੇ ਨੇ। ਸੰਯੁਕਤ ਸੰਘਰਸ਼ ਪਾਰਟੀ, ਐਸਐਸ ਪਾਰਟੀ ਤੇ ਉਹਦਾ ਐਸਐਸ ਮੋਰਚੇ ਨਾਲ ਇਹ ਅਲਾਈਅੰਸ ਹੋਇਆ। ਉਹਦੇ ਤਹਿਤ ਅਸੀਂ ਰਲ ਕੇ, ਜਿਵੇਂ ਪ੍ਰਧਾਨ ਜੀ ਹੋਰਾਂ ਨੇ ਦੱਸਿਆ ਹੈ, ਜਿੱਥੇ ਕਿਤੇ ਸਾਡਾ ਕੋਈ ਕੈਂਡੀਡੇਟ ਪਹਿਲਾਂ ਅਨਾਉਂਸ ਕੀਤਾ ਹੋਇਆ ਉਹ ਅਸੀਂ ਵਾਪਸ ਲਵਾਂਗੇ। ਅਸੀਂ ਆਹ 10 ਸੀਟਾਂ ਤੇ ਅਸੀਂ ਲੜਾਂਗੇ, ਉੱਥੇ ਸਾਡੀ ਮਦਦ ਕਰਨਗੇ, ਅਸੀਂ ਇਹਨਾਂ ਦੀ ਠੋਕ ਕੇ ਮਦਦ ਕਰਾਂਗੇ। ਇਕਜੁੱਟ ਹੋ ਕੇ ਇੱਕ ਮਤ ਨਾਲ ਲੜਾਂਗੇ। ਜੁਆਇੰਟ ਕੈਂਪੇਨ ਨਾ ਜੀ ਜੀ। ਤੁਸੀਂ ਆਪਣੇ ਕਦੋਂ ਉਮੀਦਵਾਰ ਐਲਾਨ ਕਰੋਗੇ ਜੀ? ਕੱਲ ਤੱਕ ਜੀ। ਠੀਕ ਇੱਥੇ ਜੀ ਬਾਹਰ ਸਿੰਬਲ ਮਿਲ ਗਿਆ ਨਹੀਂ? ਨਹੀਂ, ਸਾਡਾ ਵੀ ਸਿੰਬਲ ਹੈ ਜੇ ਮਿਲਣਾ ਹੈ ਜੀ। ਇਹ ਰੱਖ ਦਿਓ। ਚਲੋ ਰੱਖ ਦਿਓ ਜੀ। ਉਹ ਵੀ ਦੇ ਦਿਓ ਮੈਨੂੰ। ਇਹ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਲੜਾਈ ਜਾਊਗੀ। ਹਾਂਜੀ ਆਇਆ ਜੀ ਉਮੀਦਵਾਰ ਕੋਈ? ਉਹਨਾਂ ਦੀ ਬਾਕਾਇਦਾ ਕੰਪੇਨ, ਉਹਨਾਂ ਦੇ ਇਲੈਕਸ਼ਨ ਦਫ਼ਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਜਾਣਕਾਰੀ ਲਈ ਮੇਰਾ ਹਲਕਾ ਘਨੌਰ ਹੈ। ਅੱਜ 12 ਵਜੇ ਉੱਥੇ ਅਸੀਂ ਦਫ਼ਤਰ ਖੋਲ੍ਹਿਆ ਔਰ ਸਾਡੇ ਮੋਰਚੇ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦਫ਼ਤਰ ਦਾ ਉਦਘਾਟਨ ਕਰਕੇ ਆਏ ਹੈ। ਬਹੁਤ ਓਵਰਵੈਲਮਿੰਗ ਰਿਸਪੌਂਸ ਸੀ। ਬਹੁਤ ਇਲੈਕਸ਼ਨ ਕਰਕੇ ਵੱਡਾ ਇਕੱਠ ਤਾਂ ਨਹੀਂ ਕਰ ਸਕਦੇ, ਪਰ ਸੈਕਟਰੀ ਨੇ 100 ਉੱਥੇ ਇਕੱਠ ਸੀ, ਲੋਕਾਂ 'ਚ ਭਾਰੀ ਉਤਸ਼ਾਹ ਸੀ। ਅੱਜ ਅਸੀਂ ਸ਼ੁਰੂ ਕੀਤਾ। ਮੈਂ ਨਿੱਕੀ ਜਿਹੀ ਗੱਲ ਇੱਥੇ ਐਡ ਕਰ ਦਿਆਂ ਕਿ 2014 ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੇ ਵਿੱਚ ਐਡਾ ਵੱਡਾ ਦੇਖਿਆ ਹੋਣਾ। ਆਉਣ ਵਾਲੀ ਲਿਸਟ ਅਸੀਂ ਇਹਦੇ ਨਾਲ ਵੀ ਵਧੀਆ ਦੇਵਾਂਗੇ। ਅਸੀਂ ਅਜੇ ਥੋੜ੍ਹੇ ਜਿਹੇ ਪਿੱਛੇ ਰਹਿ ਗਏ ਇਸ ਗੱਲ ਦੇ ਕਿ ਕੁਝ ਬੀਬੀਆਂ, ਔਰਤਾਂ, ਬੱਚੀਆਂ ਨੂੰ ਹੋਰ ਵੱਡਾ ਨੰਬਰ ਅਸੀਂ ਅਗਲੀ ਲਿਸਟ ਦੇ ਵਿੱਚ ਕੋਸ਼ਿਸ਼ ਕਰਾਂਗੇ ਲਿਆਉਣ ਦੀ। ਲਗਾਤਾਰ ਜਿਹੜੇ ਘਰ 'ਚ ਬੈਠੇ ਆ ਚੰਗੇ ਕੈਂਡੀਡੇਟ, ਅਸੀਂ ਉਹਨਾਂ ਦੀਆਂ ਮਿੰਨਤਾਂ ਕਰਦੇ ਹੁੰਦੇ। ਕਦੀ ਤੁਸੀਂ ਸੁਣਿਆ ਕਿ ਕੈਂਡੀਡੇਟ ਨੂੰ ਘਰੋਂ ਫੜ ਕੇ ਮਿੰਨਤਾਂ ਕੀਤੀਆਂ ਜਾਣ ਕਿ ਆਓ ਇਸ ਮੋਰਚੇ 'ਚ ਆਓ, ਇਹ ਤੁਹਾਡਾ ਆ, ਆਪਾਂ ਸਾਂਝੇ ਤੌਰ ਤੇ ਇਸ ਨੂੰ ਲੜ ਕੇ ਇੱਥੋਂ ਦੀ ਰਾਜਨੀਤੀ, ਇੱਥੋਂ ਦਾ ਨਕਸ਼ਾ ਨੁਹਾਰ, ਇੱਥੋਂ ਦੀ ਆਰਥਿਕਤਾ, ਇੱਥੋਂ ਦਾ ਸਮਾਜ, ਉਸ ਨੂੰ ਬਦਲਣ ਦੇ ਵਿੱਚ ਆਪਣਾ ਯੋਗਦਾਨ ਪਾਈਏ। ਔਰ ਉਹਦੇ ਵਿੱਚ ਖਾਸ ਕਰਕੇ ਨੌਜਵਾਨਾਂ ਵੱਲੋਂ, ਕਿਸਾਨ ਤੇ ਹੈ ਹੀ ਹੈ, ਨੌਜਵਾਨਾਂ ਵੱਲੋਂ, ਵਪਾਰੀਆਂ ਵੱਲੋਂ, ਸ਼ਹਿਰੀਆਂ ਵੱਲੋਂ
ਇੱਕ ਵੱਡਾ ਹੰਗਾਰਾ ਜਿਹੜਾ ਇੱਕ ਸਾਡੇ ਲਈ ਇੱਕ ਨਵੀਂ ਚੀਜ਼ ਹੈਗੀ ਹੈ। ਔਰ ਦਲਿਤ ਸਮੁਦਾਇ ਉਹਦੇ ਵਿੱਚ ਮੈਂ ਖੁਦ ਜਿਸ ਤਰ੍ਹਾਂ ਦੱਸਾਂ ਕਿ ਕਿਉਂਕਿ ਮੇਰੇ ਬਹੁਤ ਵਾਈਡ ਕੰਟੈਕਟ, ਮੈਂ ਅੰਬੇਦਕਰ ਸੈਂਟਰ ਦੇ ਵਿੱਚ 10 ਸਾਲ ਡਾਇਰੈਕਟਰ ਰਿਹਾ, ਉਹ ਸਾਰੇ ਦੇ ਸਾਰੇ ਬਹੁਤ ਇਸ ਗੱਲ ਤੋਂ ਖੁਸ਼ ਹੈ ਕਿ ਪਹਿਲੀ ਵਾਰੀ ਹੋਇਆ ਕਿ ਆਮ ਲੋਕਾਂ ਦੇ ਵਿੱਚੋਂ ਤੁਹਾਨੂੰ ਵੱਡਾ ਰਿਸਪੌਂਸ ਅਸੀਂ ਇਕੱਠਾ ਵੀ ਕਰ ਰਹੇ ਹਾਂ, ਲੈ ਵੀ ਰਹੇ ਹਾਂ, ਔਰ ਉਹ ਖੁਦ ਵੀ ਸਾਨੂੰ ਕੰਟੈਕਟ ਕਰ ਰਹੇ। ਕਿਰਪਾ ਸਿੰਘ ਨੂੰ ਐਡ ਕਰਨਗੇ ਤੁਸੀਂ ਕਰ ਦੋ। ਜਿਹੜਾ ਇਲੈਕਸ਼ਨ ਹੈ, ਕੰਪੇਨ ਹੈ, ਇਹ ਜੁਆਇੰਟਲੀ ਹੋਊਗੀ, ਇੱਕੋ ਹੀ ਸਿੰਬਲ ਹੋਏਗੀ ਜਾਂ ਦੋਨਾਂ ਦੀ ਅਲੱਗ-ਅਲੱਗ ਸਿੰਬਲ ਹੋਣਗੇ? ਦੇਖੋ, ਇਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਹੈ, ਪਹਿਲਾਂ ਇਹਨਾਂ ਦੀ ਅਲੱਗ ਪਾਰਟੀ ਰਜਿਸਟਰ ਹੋਈ ਹੈ, ਸਿੰਬਲ ਇਹਨਾਂ ਨੂੰ ਮਿਲਿਆ ਨਹੀਂ, ਪਰ ਅਸੀਂ ਫਿਰ ਵੀ ਇਹਨਾਂ ਨੂੰ ਰਿਕੁਐਸਟ ਕਰਾਂਗੇ, ਸਿੰਬਲ ਹੈ ਜੇ ਸਾਨੂੰ ਵੀ ਅਲਾਟ ਹੋਣਾ, ਇਹਨਾਂ ਨੂੰ ਵੀ ਅਲਾਟ ਹੋਣਾ, ਚੰਗਾ ਹੋਵੇ ਜੁਆਇੰਟ ਜਿਹੜਾ ਮੈਸੇਜ ਹੈ, ਜਿਸ ਤਰ੍ਹਾਂ ਹੁਣ ਅਸੀਂ ਆਪਸ ਵਿੱਚ ਕੀਤਾ ਹੈ, ਜੇ ਇੱਕ ਸਿੰਬਲ ਦੇ ਸਾਈਡ ਲੜੀ ਹੈ ਤਾਂ ਹੋਰ ਇਫੈਕਟਿਵ ਹੋਏਗਾ, ਲੋਕਾਂ ਨੂੰ ਜ਼ਿਆਦਾ ਉਤਸ਼ਾਹਿਤ ਕਰੇਗਾ। ਮੇਰੀ ਬੇਨਤੀ ਇਹ ਹੈ, ਯੂ ਵਿਲ ਟਰਾਈ ਕਿ ਜੁਆਇੰਟ ਸਾਡੀ ਕੋਸ਼ਿਸ਼ ਹੋਏ, ਸਾਡੀ ਕੋਸ਼ਿਸ਼ ਹੋਏ। ਕਿਸਾਨ ਮੋਰਚੇ ਕਿੱਦਾਂ ਦੇਖਦੇ ਉਹਨਾਂ ਤੁਹਾਨੂੰ ਨੁਕਸਾਨ ਨਹੀਂ ਹੋਏਗਾ? ਕਿਹਨਾਂ ਦਾ ਜੀ? ਇੱਕ ਇਸ ਕੈਮ ਨੂੰ ਨਹੀਂ, ਦੇਖੋ ਇਸ ਤਰ੍ਹਾਂ ਹੈ, ਸੰਯੁਕਤ ਕਿਸਾਨ ਮੋਰਚਾ ਇੱਕ ਸੈਪਰੇਟ ਚੀਜ਼ ਹੈ, ਉਹ ਦੇਸ਼ ਦੀਆਂ 500 ਜਥੇਬੰਦੀਆਂ ਦਾ ਮੋਰਚਾ ਹੈ, ਜਿਹੜਾ ਕੁਝ ਕਿਸਾਨੀ ਮੁੱਦੇ ਤੇ ਲੱਗਿਆ ਸੀ, ਉਹਦੇ ਵੀ ਇਕੱਲਾ ਪੰਜਾਬ ਨਹੀਂ, ਦੇਸ਼ ਦੀਆਂ 500 ਜਥੇਬੰਦੀਆਂ ਨੇ। ਉੱਥੇ ਸਾਡਾ ਇਹ ਸੀ, ਜੇ ਉਸ ਨੂੰ ਅਸੀਂ ਰਾਜਨੀਤਿਕ ਬਣਾਉਂਦੇ, ਰਾਜਨੀਤਿਕ ਪਾਰਟੀਆਂ ਵਿੱਚ ਆਉਂਦੀਆਂ, ਤਾਂ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾਂ ਹੀ ਸਾਡੇ ਪਿੱਛੇ ਪਏ ਹੋਏ ਸੀ। ਉਹਦਾ ਕਹਿੰਦੇ ਸੀ ਕਿਸਾਨ ਨੇ, ਇਹ ਪੋਲੀਟੀਕਲੀ ਮਿਸਗਾਈਡਡ ਲੋਕ ਨੇ, ਕਿਸਾਨ ਤਾਂ ਹੈ ਹੀ ਨਹੀਂ, ਰਾਜਨੀਤਿਕ ਪਾਰਟੀਆਂ ਦੇ ਨੇ, ਤਾਂ ਉਹਦੀ ਗੱਲ ਸੱਚੀ ਹੁੰਦੀ। ਸਾਡਾ ਉਦੋਂ ਸਟੈਂਡ ਬਿਲਕੁਲ ਠੀਕ ਸੀ ਕਿ ਜਦ ਤੱਕ ਮੋਰਚਾ ਚੱਲਦਾ ਹੈ, ਕੋਈ ਰਾਜਨੀਤਿਕ ਪਾਰਟੀ ਨਾ ਸਟੇਜ ਤੇ ਜਾਊਗੀ ਤੇ ਨਾ ਸਟੇਜ ਸ਼ੇਅਰ ਕਰੇਗੀ। ਮੋਰਚਾ ਖਤਮ ਹੋਣ ਤੋਂ ਬਾਅਦ ਅਸੀਂ ਪੰਜਾਬ 'ਚ ਆ ਕੇ ਫੈਸਲਾ ਕਰਾਂਗੇ। ਇਹ ਪੰਜਾਬ ਦੇ ਲੋਕਾਂ ਦੀ ਇੱਛਾ ਸੀ, ਭਾਵਨਾ ਸੀ ਕਿ ਪੰਜਾਬ 'ਚ ਵੀ ਕੋਈ ਲੋਕ ਪੱਖੀ ਬਦਲ ਦਿੱਤਾ ਜਾਵੇ। ਅਸੀਂ ਉਸ ਨੂੰ ਧਿਆਨ 'ਚ ਰੱਖਿਆ। ਪੰਜਾਬ ਦੇ ਲੋਕਾਂ ਦੀ ਐਸਪੀਰੇਸ਼ਨ ਜਾਂ ਸੈਂਟੀਮੈਂਟਸ ਜਿਹੜੇ ਬਿਲਕੁਲ ਇੱਕ ਚੰਗਾ ਰਾਜਨੀਤਿਕ ਬਦਲ ਚਾਹੁੰਦੇ ਸੀ, ਔਰ ਬਦਲ ਕੇ ਜਿਹੜੀਆਂ ਸਰਕਾਰਾਂ ਪਿਛਲੇ 7 ਦਹਾਕਿਆਂ ਤੋਂ ਹੁੰਦੀਆਂ ਉਹਨਾਂ ਤੋਂ ਨਿਜਾਤ ਚਾਹੁੰਦੇ ਸੀ, ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਕਿ ਚੰਗੀ ਕੋਈ ਕਲੀਨ ਐਡਮਿਨਿਸਟ੍ਰੇਸ਼ਨ, ਚੰਗੀ ਗਵਰਨੈਂਸ, ਲੋਕ ਪੱਖੀ ਏਜੰਡੇ, ਉਹਨਾਂ ਦੇ ਉੱਪਰ ਇੱਕ ਲੋਕਾਂ ਨੂੰ ਮੌਕਾ ਮਿਲੇ ਆਪ ਕਰਨ ਦਾ। ਉਹਦੇ ਲਈ ਫਸਟ ਹੈ, ਹਰ ਜਥੇਬੰਦੀ ਆਪਣੀ ਕੋਈ ਸਮਝ ਹੈ, ਉਹਨਾਂ ਦੀ ਆਪਣੀ ਸਮਝ ਹੈ ਵੀ ਇਲੈਕਸ਼ਨ 'ਚ ਪਾਰਟਿਸਿਪੇਟ ਨਹੀਂ ਕਰਨਾ, ਵੈਲਕਮ ਹੈ ਉਹਨਾਂ ਦੀ, ਪਰ ਉਹਨਾਂ ਦਾ ਇਹ ਵੀ ਸਮਝ ਹੈ, ਅਸੀਂ ਜਿਸ ਕਰਕੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਧੰਨਵਾਦੀ ਵੀ ਹੈ। ਉਹ ਕਹਿੰਦੇ ਅਸੀਂ ਸਪੋਰਟ ਵੀ ਨਹੀਂ ਕਰਦੇ, ਵਿਰੋਧ ਵੀ ਨਹੀਂ ਕਰਦੇ, ਨੰਬਰ 1। ਨੰਬਰ 2, ਉਹ ਕਹਿੰਦੇ ਨੇ ਕਿ ਬਾਕੀ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਸੀਂ ਪਿੰਡਾਂ 'ਚ ਆਏ ਨੂੰ ਸਵਾਲ ਪੁੱਛਦੇ ਹਾਂ, ਜਿਵੇਂ ਕੋਈ ਅਕਾਲੀ ਚਲਾ ਗਿਆ, ਕਾਂਗਰਸੀ, ਬੀਜੇਪੀ ਹੈ, ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਅਸੀਂ ਸਵਾਲ ਨਹੀਂ ਪੁੱਛਾਂਗੇ। ਦੈਨ ਮੈਸੇਜ ਕਲੀਅਰ, ਆਪ ਹੀ ਤੁਸੀਂ ਸਮਝੋ ਇਸ ਤੋਂ ਕੀ ਹੈ, ਆਪ ਹੀ ਆਪਾਂ ਸਮਝੋ। ਨਹੀਂ, ਮੇਰਾ ਨਾਮ ਰਿਸ਼ਪਾਲ ਸਿੰਘ ਜੋੜਾ ਮਾਜਰਾ ਜੀ, ਮੈਂ ਸੰਯੁਕਤ ਸੰਘਰਸ਼ ਪਾਰਟੀ ਦਾ ਸੂਬਾ ਪ੍ਰਧਾਨ ਹਾਂ, ਤੇ ਅੱਜ ਇੱਥੇ ਸਾਡਾ ਇੱਕ ਅਲਾਈਅੰਸ ਜਿਹੜੀ ਸੰਯੁਕਤ ਸਮਾਜ ਮੋਰਚਾ ਉਹਨਾਂ ਨਾਲ ਹੋਇਆ, ਤੇ ਸਾਡੇ ਇਸ ਪਾਰਟੀ ਦੀ ਜਿਹੜੀ ਅਗਵਾਈ ਹੈ, ਸਰਪ੍ਰਸਤੀ ਹੈ, ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਕਰ ਰਹੇ ਨੇ। ਤੇ ਅੱਜ ਅਸੀਂ ਲੋਕਾਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ, ਕਿਉਂਕਿ ਬਹੁਤ ਵੱਡੀ ਇਹ ਡਿਮਾਂਡ ਸੀ ਕਿ ਜਿਵੇਂ ਕਿਸਾਨੀ ਮੋਰਚਾ ਇਕੱਠੇ ਹੋ ਕੇ ਜਿੱਤਿਆ ਗਿਆ, ਉਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਾਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ। ਉਹਨਾਂ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਸੀਟਾਂ ਮੈਟਰ ਨਹੀਂ ਕਰਦੀਆਂ, ਉਹਨਾਂ ਦਾ ਕੋਈ ਮੁੱਦਾ ਨਹੀਂ ਰੱਖਿਆ, ਤੇ ਅਸੀਂ ਇਹਨਾਂ ਨਾਲ ਅੱਜ ਇੱਥੇ ਅਲਾਈਅੰਸ ਕੀਤਾ ਤੇ ਇਕੱਠੇ ਹੋ ਕੇ ਲੜਨ ਦਾ ਅੱਜ ਤਹੀਆ ਕੀਤਾ। ਜਿਹੜਾ ਅਲਾਈਅੰਸ ਤੁਹਾਡਾ ਇਕੱਠਿਆਂ ਦਾ ਹੋਇਆ, ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਇੱਕੋ ਚੋਣ ਨਿਸ਼ਾਨ ਤੇ ਇਲੈਕਸ਼ਨ ਲੜੇ ਜਾਣਗੇ, ਅੱਡ-ਅੱਡ ਲੜੇ ਜਾਣਗੇ? ਦੇਖੋ, ਗੱਲ ਇਹ ਹੈ, ਸਾਡੀ ਪਾਰਟੀ ਰਜਿਸਟਰਡ ਹੋਗੀ, ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਮੋਰਚਾ ਰਜਿਸਟਰਡ ਹੋ ਗਿਆ, ਤੇ ਜਿੱਥੋਂ ਤੱਕ ਪਤਾ ਲੱਗਿਆ ਵੀ ਇੱਕ ਚੋਣ ਨਿਸ਼ਾਨ ਦੋਹਾਂ ਨੂੰ ਅਲਾਟ ਹੋ ਸਕਦਾ ਹੈ। ਜੇ ਇਸ ਤਰ੍ਹਾਂ ਦਾ ਕੁਝ ਹੋਇਆ ਤਾਂ ਕੋਸ਼ਿਸ਼ ਕਰਾਂਗੇ ਇੱਕੋ ਚੋਣ ਨਿਸ਼ਾਨ ਤੇ ਲੜਿਆ ਜਾਵੇ, ਅਦਰਵਾਈਜ਼ ਨਹੀਂ, ਜਿਸ ਤਰ੍ਹਾਂ ਜਿਸ ਮੌਕੇ ਮੁਤਾਬਕ ਹੋਊਗਾ ਉਸ ਤਰ੍ਹਾਂ ਲੜਾਂਗੇ। ਕਦੋਂ ਤੁਸੀਂ ਲਾਂਚ ਕਰੋਗੇ? ਕੱਲ ਤੱਕ ਸ਼ਾਮ ਤੱਕ ਅਨਾਉਂਸ ਕਰ ਦਾਂਗੇ ਜੀ। ਕੱਲ ਤੱਕ ਕਿਹੜੇ ਜੇ ਚੈਨਲ ਤੇ ਲਾਂਚ ਕੀਤੀ ਜਾਊਗੀ? ਕੱਲ ਦੇਖਦੇ ਸਾਰੀ ਚੈਨਲ ਨੂੰ ਭੇਜਾਂਗੇ। ਹਾਂਜੀ ਹਾਂ। ਮੇਰਾ ਨਾਮ ਹਰਕੀਰਤ ਸਿੰਘ ਰਾਣਾ, ਮੈਨੂੰ ਆਤਮਨਗਰ ਲੁਧਿਆਣਾ ਤੋਂ ਸੀਟ ਦਿੱਤੀ ਗਈ ਹੈ। ਸਾਡੇ ਰਾਸ਼ਟਰੀ ਅਧਿਕਸ਼ ਤਰਨਜਨ ਬਾਵਾ ਜੀ ਨੂੰ ਲੁਧਿਆਣਾ ਵੈਸਟ ਤੋਂ ਟਿਕਟ ਦਿੱਤੀ। 2 ਸੀਟਾਂ ਲਾਣੀਆਂ ਭਾਰਤੀ ਆਰਥਿਕ ਪਾਰਟੀ ਦੀਆਂ, ਜੋ ਸੰਯੁਕਤ ਸਮਾਜ ਮੋਰਚੇ ਦੇ ਨਾਲ ਸਾਡਾ ਰਿਲਾਇੰਸ ਹੈ। ਸਰ, ਕਿਵੇਂ ਦੇਖਿਆ ਜਾਵੇ 2022 ਦਾ ਇਲੈਕਸ਼ਨ ਹੈ, ਬਹੁਤ ਕੈਂਡੀਡੇਟ ਹੈ, ਉਹ ਤੇ ਕੜਬਲ ਜੀ ਵੀ ਹੈ, ਸਿਮਰਨ ਬੈਂਸ ਵੀ ਹੈ, ਰਿਸ਼ਰਾਈ ਢਾਂਡਾ ਵੀ ਹੈ, ਬਹੁਤ ਵੱਡਾ ਮੁਕਾਬਲਾ ਹੈ। ਕਿਵੇਂ ਦੇਖਦੇ ਹੋ ਤੁਸੀਂ ਇਸ ਮੁਕਾਬਲੇ ਨੂੰ? ਮੁਕਾਬਲਾ ਇੱਦਾਂ ਜੀ,
ਜਿਹੜਾ ਮੌਜੂਦਾ ਸਰਕਾਰ ਸੀ ਪਿਛਲੇ 5 ਸਾਲਾਂ 'ਚ ਉਹਨਾਂ ਨੇ ਕੁਝ ਨਹੀਂ ਕੀਤਾ। ਜਿਹੜਾ ਮੌਜੂਦਾ ਐਮਐਲਏ ਸੀ ਦੋਨਾਂ ਨੇ ਆਪਸ ਦੀ ਖਿੱਚੋਤਾਨੀ ਦੇ ਵਿੱਚ ਲੜਦੇ ਝਗੜਦੇ ਰਹੇ, ਕਿਸੇ ਨੇ ਕੋਈ ਕੰਮ ਨਹੀਂ ਕੀਤਾ। ਗਲੀਆਂ ਨਾਲੀਆਂ ਦੇ ਕੰਮ ਤਾਂ ਕੌਂਸਲਰਾਂ ਦੇ ਕੰਮ ਹੁੰਦੇ ਨੇ। ਮੇਨ ਇੱਕੋ ਮੁੱਦਾ ਸੀ ਸਾਡਾ ਜਿਹੜਾ ਆਤਮਨਗਰ ਦੇ ਵਿੱਚ ਜਿਹੜਾ ਦੁਗਰੀ ਤੋਂ ਦਾਣਾ ਮੰਡੀ ਰੋੜਾ ਪੈਲਸ ਨੂੰ ਜਾਂਦੀ ਸੜਕ, ਉੱਥੇ ਧੂਰੀ ਲਾਈਨ ਦਾ ਫਾਟਕ ਹੈ। ਪਿਛਲੇ 10 ਸਾਲ ਤੋਂ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ, ਜਦਕਿ ਲੁਧਿਆਣੇ ਸਾਰੇ ਪੁਲ ਬਣ ਗਏ ਨੇ, ਇੱਕ ਉਸ ਫਾਟਕ ਦੇ ਉੱਪਰ ਪੁਲ ਨਹੀਂ ਬਣਿਆ। ਅਗਰ ਮੈਂ ਇਹ ਇਲੈਕਸ਼ਨ ਜਿੱਤਦਾ ਵਾਂ, ਸਭ ਤੋਂ ਮੇਰਾ ਮੁੱਦਾ ਹੀ ਪਹਿਲਾ ਕਿ ਉੱਥੇ ਮੈਂ ਪਾਸ ਕਰਾ ਕੇ ਲਿਆਵਾਂਗਾ ਜਿਹੜਾ ਫਾਟਕ। ਮੁੱਦੇ ਰੱਖੋਗੇ, ਕਿਸ ਨਾਮ ਤੇ ਵੋਟ ਮੰਗੀ ਜਾਊਗੀ? ਸਾਡੇ ਕੋਲ ਜੀ ਵਪਾਰੀਆਂ ਦੇ ਦੇਖੋ ਮੁੱਦੇ ਨੇ, ਜਿਹੜੇ ਬੇਰੁਜ਼ਗਾਰੀ ਦਾ ਮੁੱਦਾ ਵੇ, ਸਿੱਖਿਆ ਦਾ ਮੁੱਦਾ ਵੇ, ਜਿਹੜਾ ਸਿਹਤ ਸਹੂਲਤਾਂ ਦਾ ਮੁੱਦਾ ਹੈ। ਜੋ ਸਾਡਾ ਏਜੰਡਾ ਆਏਗਾ ਸਾਰਾ ਤੁਹਾਡੇ ਸਾਹਮਣੇ ਆ ਜਾਏਗਾ। ਏਜੰਡੇ ਦੇ ਉੱਪਰ ਲੜਾਂਗੇ ਅਸੀਂ ਆਪਣੇ। ਤੇ ਸਰ ਕਿਸਾਨਾਂ ਵੱਲੋਂ ਲੜਿਆ ਜਾ ਰਿਹਾ ਕਿਸਾਨਾਂ ਮੁਕਤ ਸਮਾਜ ਮੋਰਚੇ ਦਾ ਮਤਲਬ ਇਹ ਹੈ ਕਿ ਸਾਰਾ ਸਮਾਜ, ਵਪਾਰੀ ਵੀ ਨਾਲ ਨੇ, ਕਰਮਚਾਰੀ ਵੀ ਨਾਲ ਨੇ, ਮਜ਼ਦੂਰ ਵੀ ਨਾਲ ਨੇ। ਕਿਸਾਨ ਮਜ਼ਦੂਰ ਤਾਂ ਪਹਿਲਾਂ ਹੀ ਸ਼ੁਰੂ ਤੋਂ ਨਾਲ ਹੈ। ਮਜ਼ਦੂਰਾਂ ਨੂੰ ਵੀ ਦਿੱਤੀਆਂ ਗਈਆਂ ਟਿਕਟਾਂ, ਅੱਜ ਤੁਸੀਂ ਦੇਖਿਆ ਮਜ਼ਦੂਰ ਨੂੰ ਵੀ ਟਿਕਟ ਦਿੱਤੀ ਗਈ ਹੈ। ਸਾਰੇ ਸਮਾਜ ਦੇ ਵਿੱਚ ਸਾਰਾ ਪੰਥ ਹੈ, ਸਾਰਾ ਸਮਾਜ ਹੈ, ਸਾਰੇ ਸੰਤ ਸਮਾਜ ਵੀ ਨਾਲ ਹੈ, ਗਾਇਕ ਵੀ ਨਾਲ ਨੇ ਸਾਡੇ। ਬਹੁਤ ਵੱਡਾ ਇਹ ਮੋਰਚਾ ਹੈ, ਕੋਈ ਛੋਟਾ ਮੋਰਚਾ। ਚੜੂਨੀ ਸਾਹਿਬ ਨਾਲ ਵੀ ਸਮਝੌਤਾ ਹੋ ਗਿਆ, ਉਹਨਾਂ ਨੂੰ ਵੀ ਅੱਜ 10 ਸੀਟਾਂ ਦਿੱਤੀਆਂ ਗਈਆਂ ਨੇ। ਸਿੰਘ ਸ਼ਾਦੀਪੁਰ, ਸਨੌਰ, ਜ਼ਿਲ੍ਹਾ ਪਟਿਆਲਾ। ਸਨੌਰ ਹਲਕੇ ਤੋਂ ਮੇਰੇ ਤੇ ਵਿਸ਼ਵਾਸ ਸਾਡੇ ਐਸਐਸਐਮ ਨੇ ਕੀਤਾ ਤੇ ਮੈਂ ਮਾਲਕ ਕਿਰਪਾ ਕਰੇ ਇਹ ਵੱਡੇ ਪੱਧਰ ਤੇ ਵੱਡੀ ਲੀਡ ਨਾਲ ਜਿੱਤ ਕੇ ਐਸਐਸਐਮ ਦੀ ਝੋਲੀ ਹੈ ਸੀਟ ਅਸੀਂ ਪਾਵਾਂਗੇ ਤੇ ਆਪਣੇ ਮੁੱਦੇ ਜਿਹੜੇ ਨੇ ਜਿਹਨੇ ਤਾਂ ਅਸੀਂ ਇਲੈਕਸ਼ਨ ਲੜਨੀ ਹੈ ਉਹ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ। ਲੋਕ ਬਹੁਤ ਵੱਡੇ ਪੱਧਰ ਤੇ ਸਹਿਯੋਗ ਕਰ ਰਹੇ ਪਹਿਲਾਂ ਤਾਂ ਨਹੀਂ ਕਦੀ ਨਾ। ਬਿਲਕੁਲ ਐਮਐਲਏ ਦੀ ਮੈਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ। ਕਿੱਦਾਂ ਐਕਸਪੀਰੀਅੰਸ ਹੋਏਗਾ ਬਹੁਤ ਵੱਡੇ ਵੇਖੋ ਗੱਲ ਸੁਣੋ, ਅਸੀਂ ਮੇਰਾ 25-30 ਸਾਲ ਦਾ ਤਜਰਬਾ ਰਾਜਸੀ ਹੈ। ਮੈਂ ਆਪਣਾ ਪੀਐਲਐਮਬੀ ਦੇ ਵਿੱਚ ਵਾਈਸ ਚੇਅਰਮੈਨ ਵੀ ਰਿਹਾ, ਠੀਕ ਹੈ ਜੀ। ਤੇ ਵੱਡੇ ਪੱਧਰ ਦੇ ਉੱਤੇ ਮੈਂ ਸੋਸ਼ਲ ਵਰਕਰ ਕਰ ਰਿਹਾ, ਸਾਰਾ ਸੋਸ਼ਲ ਵਰਕ ਹੈ ਮੇਰਾ ਸਾਰਾ ਜ਼ਿੰਦਗੀ ਦਾ, ਠੀਕ ਹੈ। ਚਾਹੇ ਧਾਰਮਿਕ ਸਮਾਗਮ ਕਰਾਉਣੇ ਹੋਣ, ਚਾਹੇ ਪੇਡੇ ਲਾਉਣੇ ਹੋਣ, ਚਾਹੇ ਆਪਣਾ ਖੂਨਦਾਨ ਕੈਂਪ ਲਾਉਣੇ ਹੋਣ, ਇਸ ਤਰ੍ਹਾਂ ਦੇ ਮੇਰੇ ਬਹੁਤ ਲੜਕੀਆਂ ਦੇ ਵਿਆਹਾਂ ਦੇ ਵਿੱਚ ਜਿੰਨੀ ਹਸੀਅਤ ਆ ਉਹਦੇ ਮੁਤਾਬਕ ਆਪਾਂ ਸਹਾਇਤਾ ਕਰਨੀ ਹੋਵੇ, ਇਸ ਤਰ੍ਹਾਂ ਕਰਕੇ ਬਹੁਤ ਵੱਡੇ ਪੱਧਰ ਤੇ ਮੇਰਾ ਸੋਸ਼ਲ ਵਰਕ ਆ ਤੇ ਲੋਕ ਸਾਡੇ ਨਾਲ ਬਹੁਤ ਵੱਡੇ ਪੱਧਰ ਤੇ ਜੁੜੇ ਹੋਏ ਨੇ ਤੇ ਐਕਸਪੀਰੀਅੰਸ ਵਾਲੀ ਤਾਂ ਤੁਸੀਂ ਗੱਲ ਹੀ ਛੱਡ ਦਿਓ, ਬਹੁਤ ਤਜਰਬਾ ਸਾਨੂੰ। ਕਿਸਾਨ ਮੋਰਚੇ ਨੂੰ ਕਿਉਂ ਬਣਾਉਣੀ ਪਏਗੀ ਪਾਰਟੀ, ਕਿਉਂ ਲੋੜ ਪੈ ਗਈ? ਇਹ ਤਾਂ ਪਈ ਹੈ ਜੀ ਲੋੜ। ਅੱਜ ਜਦੋਂ ਮੋਰਚਾ ਜਿੱਤਿਆ ਨਾ, ਉੱਥੇ ਜਿਹੜਾ ਅੰਦੋਲਨ ਚੱਲਦਾ ਸੀ, ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਸਾਡਾ ਕੋਈ ਹੈ ਨਹੀਂ ਸੀ ਪ੍ਰੋਗਰਾਮ ਪਹਿਲਾਂ ਇਲੈਕਸ਼ਨ ਦਾ, ਬਿਲਕੁਲ ਅਸੀਂ ਆਪ ਕਹਿ ਰਹੇ ਸਾਂ, ਹੈ ਲੋਕਾਂ ਦੀ ਆਵਾਜ਼ ਆਈ, ਉਹਨਾਂ ਨੇ ਕਰਤਾ, ਠੀਕ ਹੈ, ਉਹ ਲੱਗ ਗੱਲ ਆ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਨਹੀਂ, ਜਦੋਂ ਉੱਥੋਂ ਜਿੱਤ ਕੇ ਵਾਪਸ ਆਏ ਲੋਕਾਂ ਨੇ ਇਹ ਗੱਲ ਰੱਖੀ ਹੈ ਵੀ ਜੇਕਰ ਕਿਸੇ ਰਾਜਸੀ ਪਾਰਟੀ ਨੇ, ਮੈਂ ਤੁਹਾਡੇ ਚੈਨਲ ਦੇ ਜ਼ਰੀਏ ਅੱਜ ਗੱਲ ਕਰ ਰਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਨੇ ਅੱਗੇ ਲੱਗ ਕੇ ਲੜਾਈ ਨਹੀਂ ਲੜੀ। ਜਦੋਂ ਇਹ ਕਾਨੂੰਨ ਆਏ ਨੇ ਕਿਸੇ ਨੇ ਆਵਾਜ਼ ਨਹੀਂ ਚੁੱਕੀ, ਕਿਸੇ ਨੇ ਆਵਾਜ਼ ਨਹੀਂ ਚੁੱਕੀ। ਇਹ ਕੇਵਲ ਤੇ ਕੇਵਲ ਜਥੇਬੰਦੀਆਂ, ਜਿਹੜੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਆਵਾਜ਼ ਚੁੱਕੀ। 1 2 4 5 10 ਪੰਜਾਬ ਦੀਆਂ ਇਕੱਠੀਆਂ ਹੋਈਆਂ, ਉਸ ਤੋਂ ਬਾਅਦ ਹਰਿਆਣੇ ਨੂੰ ਗਏ, ਹਰਿਆਣਾ ਜੁੜਿਆ, ਫਿਰ ਯੂਪੀ ਜੁੜ ਗਿਆ, ਰਾਜਸਥਾਨ, ਸਾਰਾ ਦੇਸ਼ ਇਕੱਠਾ ਹੋਇਆ ਤੇ ਇਹ ਕਾਨੂੰਨ ਜਿਹੜੇ ਨੇ ਮਾਰੂ ਕਾਨੂੰਨ ਸਨ ਸਾਰੇ ਦੇਸ਼ ਵਾਸਤੇ, ਉਹ ਕਾਨੂੰਨ ਵਾਪਸ ਹੋਏ। ਤੇ ਲੋਕਾਂ ਨੇ ਗੱਲ ਕਹੀ ਵੀ ਜੇ ਤੁਸੀਂ ਏਡੀ ਤਾਕਤਵਰ ਸਰਕਾਰ ਤੋਂ ਇਹ ਕਾਨੂੰਨ ਵਾਪਸ ਕਰਾ ਸਕਦੇ ਹੋ ਤੇ ਤੁਸੀਂ ਦੇਸ਼ ਦਾ ਮਾੜਾ ਸਿਸਟਮ ਹੈ ਜਿਹੜਾ ਸੂਬੇ ਦੇ ਅੰਦਰ, ਇਹਨੂੰ ਵੀ ਬਦਲ ਸਕਦੇ ਹੋ, ਅੱਗੇ ਆਓ। ਤੁਹਾਨੂੰ ਕੀ ਲੱਗਦਾ ਅਕਸਰ ਜਿਹੜੇ ਲੀਡਰ ਹੁੰਦੇ ਜਦੋਂ ਲੋਕਾਂ ਅੱਗੇ ਜਾਂਦੇ ਨੇ ਉਹ ਡਿਵੈਲਪਮੈਂਟ ਦੀ ਗੱਲ ਕਰਦੇ, ਸੜਕਾਂ ਨਾਲੀਆਂ ਬੜੇ ਵਾਅਦੇ ਕਰਦੇ ਨੇ, ਗੱਲਾਂ ਕਰਦੇ ਨੇ, ਤੁਸੀਂ ਕੀ ਸੋਚ ਕੇ ਜਾਓਗੇ? ਲੋਕਾਂ ਕੋਲ ਕੀ ਮੰਗੋਗੇ? ਵੇਖੋ ਬੇਰੁਜ਼ਗਾਰੀ ਹੈ, ਬਿਲਕੁਲ ਵੱਡੇ ਪੱਧਰ ਤੇ ਬੇਰੁਜ਼ਗਾਰੀ ਹੈ, ਅਸੀਂ ਉਹ ਖਤਮ ਕਰਾਂਗੇ, ਉਹਦੇ ਸੂਰਜ ਲੱਭਾਂਗੇ। ਲੋਕਾਂ ਨੂੰ ਰੁਜ਼ਗਾਰ ਕਿੱਦਾਂ ਦਿੱਤਾ ਜਾਵੇ, ਸਿਹਤ ਤੇ ਸਿੱਖਿਆ, ਜਿਵੇਂ ਸਿਹਤ ਤੇ ਸਿੱਖਿਆ ਇਹ ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਜ਼ਰੂਰੀ ਸਿਹਤ ਸਿੱਖਿਆ, ਉਹਦਾ ਅਸੀਂ ਪ੍ਰਬੰਧ ਕਰਾਂਗੇ। ਲੋਕਾਂ ਨੂੰ ਸਿਹਤ ਤੇ ਸਿੱਖਿਆ ਜਿਹੜੀ ਹੈ ਸਸਤੀ ਤੇ ਸਮੇਂ ਸਿਰ ਹਰ ਇੱਕ ਨੂੰ ਮਿਲੇ, ਇਹੋ ਜਿਹਾ ਸਾਡੇ ਮੁੱਦੇ ਹੋਣਗੇ ਜਿਹਨਾਂ ਨੂੰ ਲੋਕ ਬਿਲਕੁਲ ਬਹੁਤ ਵੱਡੇ ਪੱਧਰ ਤੇ ਪਸੰਦ ਕਰ ਰਹੇ ਨੇ, ਉਹ ਲੈ ਕੇ ਜਾਵਾਂਗੇ ਅਸੀਂ। ਇੱਕ ਹੋਰ ਮੇਰਾ ਵਿਚਾਰ ਹੈ ਨਿੱਜੀ ਜਿਹੜਾ ਵੀ ਜੋ ਸਰਕਾਰੀ ਸਹੂਲਤਾਂ ਨੇ, ਮੈਂ ਪਹਿਲਾਂ ਵੀ ਇਹ ਤੋਂ ਬਿਆਨ ਦਿੰਦਾ ਰਿਹਾ ਕਈ ਵੀ ਜਿਹੜੇ ਲੋਕ 8-8 ਪੈਨਸ਼ਨਾਂ ਲੈ ਰਹੇ ਨੇ, ਤਨਖਾਹਾਂ ਲੈ ਰਹੇ ਨੇ ਇੰਨੀਆਂ, ਐਡੇ ਵੱਡੇ ਪੱਤੇ ਕਫਲੇਬਾਜ਼ੀਆਂ ਨੇ, ਉਹ ਸਾਰੇ ਦਾ ਸਾਰਾ ਬੰਦ ਕਰਾਂਗੇ ਬਿਲਕੁਲ ਅਸੀਂ।